ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਹੁਣ ਵਿਜ਼ਿਟਰ ਵੀਜ਼ਾ ਵਾਲੇ ਕਿਵੇਂ ਲੈਣ ਵਰਕ ਪਰਮਿਟ, IRCC ਨੇ ਦੱਸੀਆਂ ਇਸ ਦੀਆਂ ਸ਼ਰਤਾਂ। ਜਗਮੀਤ ਸਿੰਘ ਦੀ ਦਸਤਾਰ ਤੇ ਗਲਤ ਟਿੱਪਣੀ ਕਰਨ ਵਾਲੇ ਨੂੰ ਮਿਲੇ ਠੋਕਵੇਂ ਜਵਾਬ। ਇਮੀਗ੍ਰੇਸ਼ਨ ਮੰਤਰੀ ਦਾ ਤਾਜ਼ਾ ਐਲਾਨ, ਬਾਰਡਰ ਟੱਪ ਕੇ ਆਉਣ ਵਾਲਿਆਂ ਦਾ ਮੁੱਦਾ। ਨੌਕਰੀਆਂ ਦੀ ਖਬਰ ਨੇ ਲੋਕ ਕੀਤੇ ਖੁਸ਼, 22,000 ਨਵੇਂ ਲੋਕਾਂ ਨੂੰ ਮਿਲੀਆਂ ਨੌਕਰੀਆਂ। ਵਿਜ਼ਿਟਰ ਵੀਜ਼ਾ ਵਾਲੇ ਕਿਵੇਂ ਵਰਕ ਪਰਮਿਟ ਹਾਸਲ ਕਰ ਸਕਦੇ ਨੇ, ਇਸ ਬਾਰੇ IRCC ਵੱਲੋਂ ਸ਼ਰਤਾਂ ਸਾਂਝੀਆਂ ਕੀਤੀਆਂ ਗਈਆਂ। ਦੱਸ ਦਈਏ ਕਿ ਕਰੋਨਾ ਕਾਲ ਦੌਰਾਨ ਜੋ ਨਿਯਮ ਲਿਆਂਦਾ ਗਿਆ ਸੀ ਉਸ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਤਹਿਤ ਵਿਜ਼ਿਟਰ ਵੀਜ਼ਾ ਵਾਲੇ 2 ਸਾਲ ਦਾ ਵਰਕ ਪਰਮਿਟ ਕੈਨੇਡਾ ਵਿੱਚ ਲੈ ਸਕਦੇ ਨੇ। ਵਿਜ਼ਿਟਰ ਵੀਜ਼ੇ ਵਾਲਿਆਂ ਨੂੰ ਕੈਨੇਡਾ ਦਾ ਵਰਕ ਪਰਮਿਟ ਮਿਲੇਗਾ, ਜਿਸ ਸੰਬੰਧੀ ਹੁਣ IRCC ਵੱਲੋਂ ਨਿਯਮ ਦੱਸੇ ਗਏ ਨੇ। ਦੱਸ ਦਈਏ ਕਿ ਜੋ ਕਰੋਨਾ ਕਾਲ ਦੌਰਾਨ ਪਾਲਿਸੀ ਲਿਆਂਦੀ ਗਈ ਉਸ ਵਿੱਚ ਵਾਧਾ ਕੀਤਾ ਗਿਆ, ਜਿਸ ਦਾ ਮਤਲਬ ਹੈ ਕਿ ਜਿਹੜੇ ਕੈਨੇਡਾ ਵਿੱਚ ਵਿਜ਼ਿਟਰ ਵੀਜ਼ਾ ਦੇ ਉੱਪਰ ਆਏ ਨੇ ਉਹ 2 ਸਾਲਾਂ ਦਾ ਵਰਕ ਪਰਮਿਟ ਹਾਸਲ ਕਰ ਸਕਦੇ ਨੇ। ਹੁਣ ਕੀ ਨੇ ਨਿਯਮ, ਇਸ ਬਾਰੇ ਵਿਭਾਗ ਵੱਲੋਂ ਦੱਸਿਆ ਗਿਆ। ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਪਾਲਿਸੀ ਮੁਤਾਬਕ ਹੁਣ ਕੈਨੇਡਾ ਵਿੱਚ ਆਏ ਵਿਜ਼ਿਟਰ ਕੋਈ ਕੰਮ ਮਿਲਣ ਤੇ ਕੈਨੇਡਾ ਵਿੱਚ ਰਹਿੰਦੇ ਹੋਏ ਵੀ ਵਰਕ ਪਰਮਿਟ ਦੀ ਅਰਜ਼ੀ ਦੇ ਸਕਦੇ ਨੇ। ਇਹ ਨਿਯਮ 28 ਫਰਵਰੀ ਸਾਲ 2025 ਤੱਕ ਜਾਰੀ ਰਹਿਣਗੇ। ਇਹ ਫੈਸਲਾ ਦੇਸ਼ ਵਿੱਚ ਕਾਮਿਆਂ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ। ਦੱਸ ਦਈਏ ਕਿ ਇਹ ਇੱਕ ਪੁਰਾਣੀ ਪਾਲਿਸੀ ਹੈ, ਜਿਸ ਤਹਿਤ ਕੈਨੇਡਾ ਵਿੱਚ ਆਏ ਵਿਜ਼ਿਟਰ ਨੂੰ ਵਰਕ ਪਰਮਿਟ ਮਿਲਣ ਦੀ ਪਾਲਿਸੀ ਸ਼ੁਰੂ ਕੀਤੀ ਗਈ ਸੀ। ਕੋਵਿਡ ਪੈਂਡੇਮਿਕ ਤੋਂ ਬਾਅਦ ਕੈਨੇਡਾ ਵਿੱਚ ਇਹ ਪਾਲਿਸੀ ਅਗਸਤ 2020 ਦੌਰਾਨ ਲਿਆਂਦੀ ਗਈ। ਇਸ ਤੋਂ ਬਾਅਦ ਇਸ ਪਾਲਿਸੀ ਵਿੱਚ ਲਗਾਤਾਰ ਵਾਧਾ ਕੀਤਾ ਗਿਆ। ਉਸ ਸਮੇਂ ਇਸ ਪਾਲਿਸੀ ਦਾ ਐਲਾਨ ਕਰਦਿਆਂ ਸਾਬਕਾ ਇਮੀਗ੍ਰੇਸ਼ਨ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਕੈਨੇਡਾ ਵਿਚਲੇ ਨੌਕਰੀ ਦਾਤਿਆਂ ਨੂੰ ਲੋੜੀਂਦਾ ਕਰਮਚਾਰੀਆਂ ਦੀ ਭਰਤੀ ਵਿੱਚ ਆ ਰਹੀਆਂ ਚੁਣੌਤੀਆਂ ਤੋਂ ਜਾਣੂ ਹਾਂ। ਕੈਨੇਡਾ ਵਿੱਚ ਕੁਝ ਸੈਲਾਨੀ ਆਪਣੇ ਹੁਨਰ ਦਾ ਯੋਗਦਾਨ ਪਾਉਣ ਦੇ ਯੋਗ ਹੋ ਸਕਦੇ ਨੇ। ਇਹ ਨਿਯਮ ਸੈਲਾਨੀਆਂ ਨੂੰ ਦੇਸ਼ ਛੱਡਣ ਤੋਂ ਪਹਿਲਾਂ ਵਰਕ ਪਰਮਿਟ ਦੀ ਅਰਜ਼ੀ ਦੇਣ ਦੀ ਇਜਾਜ਼ਤ ਦਿੰਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰਕਾਰ ਕੀ ਹਨ ਸ਼ਰਤਾਂ। ਇਮੀਗ੍ਰੇਸ਼ਨ ਐਕਸਪਰਟਸ ਮੁਤਾਬਕ ਇਸ ਪਾਲਿਸੀ ਅਧੀਨ ਵਰਕ ਪਰਮਿਟ ਲੈਣ ਵਾਲਿਆਂ ਕੋਲ ਅਰਜ਼ੀ ਦੇਣ ਸਮੇਂ ਵੈਲਿਡ ਸਟੇਟਸ ਹੋਣਾ ਚਾਹੀਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬਿਨੈਕਾਰਾਂ ਕੋਲ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਬੇਸਡ ਜੌਬ ਆਫਰ ਹੋਣਾ ਚਾਹੀਦਾ ਹੈ। ਇਹ ਅਰਜ਼ੀ 28 ਫਰਵਰੀ 2025 ਤੱਕ ਜਾਰੀ ਰਹੇਗੀ ਤੇ ਬਿਨੈਕਾਰਾਂ ਨੂੰ LMIA ਦੀ ਮਿਆਦ ਦਾ ਵਰਕ ਪਰਮਿਟ ਮਿਲ ਜਾਂਦਾ ਹੈ। ਇਮੀਗ੍ਰੇਸ਼ਨ ਐਕਸਪਰਟਸ ਦਾ ਕਹਿਣਾ ਹੈ ਕਿ ਇਹ ਨਿਯਮ ਕਾਮਿਆਂ ਦੀ ਘਾਟ ਪੂਰਾ ਕਰਨ ਵਿੱਚ ਮਦਦ ਕਰਨਗੇ, ਕਿਉਂਕਿ ਕੈਨੇਡਾ ਵਿੱਚ ਆਇਆ ਤਾਜ਼ਾ ਵਿਅਕਤੀ ਬਾਰਡਰ ਤੇ ਜਾ ਕੇ ਉਸੇ ਦਿਨ ਹੀ ਵਰਕ ਪਰਮਿਟ ਹਾਸਲ ਕਰ ਸਕਦਾ ਹੈ, ਜਦਕਿ ਕਿਸੇ ਹੋਰ ਦੇਸ਼ ਵਿੱਚੋਂ ਵਰਕ ਪਰਮਿਟ ਦੀ ਅਰਜ਼ੀ ਲਿਆਉਣ ਵਾਲੇ ਬਿਨੈਕਾਰ ਨੂੰ ਕੁਝ ਮਹੀਨਿਆਂ ਦੀ ਉਡੀਕ ਕਰਨੀ ਪੈਂਦੀ ਹੈ। ਇਮੀਗ੍ਰੇਸ਼ਨ ਐਕਸਪਰਟਸ ਲਗਾਤਾਰ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ ਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਇਹ ਫੈਸਲਾ ਲਿਆਂਦਾ ਗਿਆ, ਇਸ ਦਾ ਵੱਡੇ ਪੱਧਰ ਦੇ ਉੱਪਰ ਸਵਾਗਤ ਕੀਤਾ ਜਾ ਰਿਹਾ ਹੈ। ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਐਨਟੀਵੀ ਲੀਡਰ ਜਗਮੀਤ ਸਿੰਘ ਦੀ ਦਸਤਾਰ ਦੇ ਉੱਪਰ ਗਲਤ ਟਿੱਪਣੀ ਹੋਈ ਹੈ, ਜਿਸ ਤੋਂ ਬਾਅਦ ਅਜਿਹਾ ਕਰਨ ਵਾਲੇ ਕਾਲਮਨਿਸਟ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਰਅਸਲ ਜਗਮੀਤ ਸਿੰਘ ਵੱਲੋਂ ਪੀਲੇ ਰੰਗ ਦੀ ਦਸਤਾਰ ਬਣੀ ਹੋਈ ਸੀ, ਜਿਸ ਦੇ ਉੱਪਰ ਕਾਲਮਨਿਸਟ ਵੱਲੋਂ ਟਵਿੱਟਰ ਦੇ ਰਾਹੀਂ ਗਲਤ ਟਿੱਪਣੀ ਕੀਤੀ ਗਈ ਹੈ। ਇਸ ਦਾ ਜਵਾਬ ਮੰਤਰੀ ਹਰਜੀਤ ਸੱਜਣ ਵੱਲੋਂ ਵੀ ਦਿੱਤਾ ਗਿਆ। ਇਸ ਤੋਂ ਬਾਅਦ ਆਮ ਲੋਕ ਵੀ ਆਪਣਾ ਪੱਖ ਰੱਖਦੇ ਹੋਏ ਦਿਖਾਈ ਦਿੱਤੇ, ਪਰ ਇਸ ਕਾਲਮਨਿਸਟ ਨੇ ਆਪਣਾ ਟਵੀਟ ਨਹੀਂ ਹਟਾਇਆ, ਬਲਕਿ ਉਹ ਇਹੀ ਕਹਿੰਦੇ ਹੋਏ ਦਿਖਾਈ ਦਿੱਤੇ ਕਿ ਉਹਨਾਂ ਨੇ ਕੋਈ ਵੀ ਗਲਤ ਟਿੱਪਣੀ ਨਹੀਂ ਕੀਤੀ। ਕੀ ਇਹ ਪੂਰਾ ਮਾਮਲਾ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਐਨਟੀਪੀ ਲੀਡਰ ਜਗਮੀਤ ਸਿੰਘ ਦੀ ਦਸਤਾਰ ਤੇ ਗਲਤ ਟਿੱਪਣੀ ਕੀਤੀ ਗਈ ਹੈ। ਹੁਣ ਜਗਮੀਤ ਸਿੰਘ ਦੀ ਦਸਤਾਰ ਤੇ ਟਿੱਪਣੀ ਕਰਨੀ ਮਹਿੰਗੀ ਪਈ। ਜੀ ਹਾਂ, ਇੱਕ ਕਾਲਮਨਿਸਟ ਵੱਲੋਂ ਟਵਿੱਟਰ ਦੇ ਉੱਪਰ ਜਗਮੀਤ ਸਿੰਘ ਦੀ ਪੀਲੇ ਰੰਗ ਦੀ ਦਸਤਾਰ ਨੂੰ ਲੈ ਕੇ ਟਿੱਪਣੀ ਕੀਤੀ ਗਈ ਹੈ। ਅਜਿਹਾ ਕਰਨ ਵਾਲੀ ਕਾਲਮਨਿਸਟ ਨੂੰ ਹੁਣ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ ਬੁੱਧਵਾਰ ਵਾਲੇ ਦਿਨ ਐਨਟੀਪੀ ਲੀਡਰ ਜਗਮੀਤ ਸਿੰਘ, ਜੋ CEOs ਵੱਲੋਂ ਮੁਨਾਫਾ ਕਮਾਇਆ ਜਾ ਰਿਹਾ ਉਸ ਸੰਬੰਧ ਵਿੱਚ ਵਿਚਾਰ ਸਾਂਝੇ ਕਰ ਰਹੇ ਸਨ, ਜਿੱਥੇ ਗ੍ਰੋਸਰੀ ਸਟੋਰਸ ਦੇ CEOs ਨੂੰ ਲੈ ਕੇ ਉਨ੍ਹਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ। ਇਸ ਤੋਂ ਬਾਅਦ ਕਾਲਮਨਿਸਟ ਵੱਲੋਂ ਜਗਮੀਤ ਸਿੰਘ ਦੀ ਦਸਤਾਰ ਨੂੰ ਲੈ ਕੇ ਟਿੱਪਣੀ ਕੀਤੀ ਗਈ। ਜਗਮੀਤ ਸਿੰਘ ਵੱਲੋਂ ਪੀਲੇ ਰੰਗ ਦੀ ਦਸਤਾਰ ਬੰਨੀ ਗਈ ਸੀ। ਕਾਲਮਨਿਸਟ ਦਾ ਇੱਕ ਟਵੀਟ ਸਾਹਮਣੇ ਆਇਆ, ਜਿਸ ਦੇ ਵਿੱਚ ਉਸਨੇ ਕਿਹਾ ਕਿ ਅੱਜ ਜਗਮੀਤ ਸਿੰਘ ਨੇ ਨੋ ਨੇਮ ਟਰਬਨ ਪਾਈ ਹੋਈ ਸੀ। ਉਹ ਕਹਿੰਦੇ ਨੇ ਕਿ ਕੁਝ ਖਾਸ ਦਿਨਾਂ ਦੇ ਉੱਪਰ ਉਹ ਆਪਣੀ ਦਸਤਾਰ ਦਾ ਰੰਗ ਬਦਲਦੇ ਹਨ, ਪਰ ਅੱਜ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਉਹਨਾਂ ਨੂੰ ਨੋ ਨੇਮ ਯੈਲੋ ਟਰਬਨ ਦੇ ਵਿੱਚ ਦੇਖਿਆ ਜਾਵੇਗਾ। ਇਸ ਤੋਂ ਬਾਅਦ ਹਰਜੀਤ ਸੱਜਣ ਨੇ ਵੀ ਇਸ ਟਵੀਟ ਦਾ ਜਵਾਬ ਦਿੱਤਾ, ਜਿੱਥੇ ਉਹਨਾਂ ਨੇ ਕਾਲੇ ਰੰਗ ਦੀ ਦਸਤਾਰ ਦੇ ਨਾਲ ਤਸਵੀਰ ਸਾਂਝੀ ਕਰਦਿਆਂ ਪੁੱਛਿਆ ਕਿ ਮੇਰੀ ਨੋ ਨੇਮ ਟਰਬਨ ਕਿੱਦਾਂ ਲੱਗ ਰਹੀ ਹੈ। ਦੱਸ ਦਈਏ ਕਿ ਕਾਲਮਨਿਸਟ ਨੇ ਜਦੋਂ ਇਹ ਟਵੀਟ ਕੀਤਾ ਤਾਂ ਉਹਨਾਂ ਨੂੰ ਕਈ ਫੋਨ ਕਰਕੇ ਕਿਹਾ ਗਿਆ ਕਿ ਉਹ ਇਸ ਨੂੰ ਹਟਾ ਲੈਣ, ਤੇ ਕਈਆਂ ਦਾ ਤਾਂ ਉਹਨਾਂ ਵੱਲੋਂ ਟਵਿੱਟਰ ਦੇ ਉੱਪਰ ਜਵਾਬ ਵੀ ਦਿੱਤਾ ਗਿਆ। ਕਾਲਮਨਿਸਟ ਦੇ 6 ਅਲੱਗ-ਅਲੱਗ ਅਜਿਹੇ ਟਵੀਟ ਆਏ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਉਹਨਾਂ ਨੇ ਦਸਤਾਰ ਦੇ ਉੱਪਰ ਗੱਲ ਕਹੀ ਹੈ ਉਹ ਕੋਈ ਰੇਸਿਸਟ ਨਹੀਂ ਹੈ ਤੇ ਨਾ ਹੀ ਉਹਨਾਂ ਵੱਲੋਂ ਸਿੱਖ ਕਮਿਊਨਿਟੀ ਨੂੰ ਨਿਸ਼ਾਨਾ ਬਣਾਇਆ ਗਿਆ।
ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਜਗਮੀਤ ਸਿੰਘ ਦੀ ਦਸਤਾਰ ਨੂੰ ਲੈ ਕੇ ਕੁਝ ਕਿਹਾ ਗਿਆ ਹੋਵੇ। ਇੱਕ ਵਾਰ ਸਾਲ 2019 ਦੌਰਾਨ ਵੀ ਕੁਝ ਅਜਿਹਾ ਮੌਂਟਰੀਅਲ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਵਿਅਕਤੀ ਵੱਲੋਂ ਜਗਮੀਤ ਸਿੰਘ ਨੂੰ ਕਿਹਾ ਗਿਆ ਕਿ ਉਹ ਆਪਣੀ ਦਸਤਾਰ ਉਤਾਰ ਕੇ ਬਾਕੀ ਕੈਨੇਡੀਅਨਸ ਵਾਂਗ ਲੱਗਣ। ਇਸ ਤੋਂ ਬਾਅਦ ਸਾਲ 2022 ਦੌਰਾਨ ਵੀ ਸਿੰਘ ਨੂੰ ਕੁਝ ਅਜਿਹਾ ਹੀ ਸਹਿਣ ਕਰਨਾ ਪਿਆ। ਕੈਨੇਡਾ ਤੋਂ ਨੌਕਰੀਆਂ ਬਾਰੇ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ 22,000 ਦੇ ਕਰੀਬ ਲੋਕਾਂ ਨੂੰ ਨਵੀਆਂ ਨੌਕਰੀਆਂ ਮਿਲੀਆਂ ਨੇ। ਜੀ ਹਾਂ, ਸਟੈਟਿਸਟਿਕਸ ਕੈਨੇਡਾ ਵੱਲੋਂ ਕੁਝ ਅੰਕੜੇ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਇੱਕ ਮਹੀਨੇ ਦੇ ਵਿੱਚ ਆਰਥਿਕਤਾ ਅੰਦਰ ਕਿੰਨੀਆਂ ਨਵੀਆਂ ਨੌਕਰੀਆਂ ਸ਼ਾਮਲ ਹੋਈਆਂ। ਕੈਨੇਡਾ ਤੋਂ ਨੌਕਰੀਆਂ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਆਰਥਿਕਤਾ ਵਿੱਚ ਨਵੀਆਂ ਨੌਕਰੀਆਂ ਜੁੜੀਆਂ ਹਨ। ਫਰਵਰੀ ਮਹੀਨੇ ਦਾ ਅੰਕੜਾ ਸਾਂਝਾ ਕਰਦਿਆਂ ਦੱਸਿਆ ਗਿਆ ਕਿ ਕੈਨੇਡੀਅਨ ਆਰਥਿਕਤਾ ਵਿੱਚ 22,000 ਨੌਕਰੀਆਂ ਪੈਦਾ ਹੋਈਆਂ ਨੇ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਬਾਰੇ ਡਿਟੇਲ ਸਾਂਝੀ ਕੀਤੀ ਗਈ ਹੈ। ਦੇਸ਼ ਵਿੱਚ ਬੇਰੁਜ਼ਗਾਰੀ ਦਰ 5% ਤੇ ਬਰਕਰਾਰ ਰਹੀ। ਜ਼ਿਆਦਾਤਰ ਨਵੀਆਂ ਨੌਕਰੀਆਂ ਹੈਲਥ ਕੇਅਰ ਅਤੇ ਸੋਸ਼ਲ ਅਸਿਸਟੈਂਟ ਤੇ ਲੋਕ ਪ੍ਰਦਰਸ਼ਨ ਖੇਤਰਾਂ ਵਿੱਚ ਪੈਦਾ ਹੋਈਆਂ। ਇਸ ਤੋਂ ਇਲਾਵਾ ਦੂਸਰੇ ਪਾਸੇ ਬਿਜ਼ਨਸ, ਬਿਲਡਿੰਗ ਅਤੇ ਹੋਰ ਸੇਵਾਵਾਂ ਵਿੱਚ ਲੋਕਾਂ ਨੇ ਨੌਕਰੀਆਂ ਗਵਾਈਆਂ। ਜਨਵਰੀ ਮਹੀਨੇ ਕੈਨੇਡੀਅਨ ਆਰਥਿਕਤਾ ਵਿੱਚ 1,50,000 ਨਵੀਆਂ ਨੌਕਰੀਆਂ ਪੈਦਾ ਹੋਈਆਂ, ਜੋ ਕਿ ਉਸ ਵੇਲੇ ਦੇ ਅੰਦਾਜ਼ੇ ਨਾਲੋਂ ਕਿਤੇ ਵੱਧ ਸੀ। ਭਾਵੇਂ ਲੇਬਰ ਮਾਰਕੀਟ ਦੀ ਸਥਿਤੀ ਅਜੇ ਵੀ ਚੰਗੀ ਨਜ਼ਰ ਨਹੀਂ ਆਈ, ਕਿਉਂਕਿ ਬੇਰੁਜ਼ਗਾਰੀ ਦਰ 4.9% ਤੋਂ ਉੱਪਰ ਹੈ, ਪਰ ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਰਿਪੋਰਟ ਨੌਕਰੀਆਂ ਦੇ ਵਾਧੇ ਦੀ ਧੀਮਾ ਵਿਕਾਸ ਦਰਸਾ ਰਹੀ ਹੈ। ਵਿਆਜ ਦਰਾਂ ਦੇ ਵਿੱਚ ਵਾਧੇ ਕਾਰਨ ਖਰਚਿਆਂ ਵਿੱਚ ਕਟੌਤੀ ਅਤੇ ਆਰਥਿਕਤਾ ਵਿੱਚ ਜੋ ਇਸ ਸਮੇਂ ਧੀਮਾਪਣ ਦੇਖਣ ਨੂੰ ਮਿਲ ਰਿਹਾ, ਆਉਂਦੇ ਕੁਝ ਮਹੀਨਿਆਂ ਵਿੱਚ ਬੇਰੁਜ਼ਗਾਰੀ ਵੱਧ ਸਕਦੀ ਹੈ। ਆਰਥਿਕ ਧੀਮਾਪਣ ਦੇ ਲੱਛਣ ਪਹਿਲਾਂ ਹੀ ਨਜ਼ਰ ਆ ਰਹੇ ਨੇ। ਪਿਛਲੇ ਸਾਲ ਦੀ ਚੌਥੀ ਤਿਮਾਹੀ ਵਿੱਚ ਕੈਨੇਡੀਅਨ ਆਰਥਿਕਤਾ ਦਾ ਵਿਕਾਸ 0 ਰਿਹਾ। ਤਾਜ਼ਾ ਅੰਕੜੇ ਦੱਸਦੇ ਨੇ ਕਿ 1 ਸਾਲ ਪਹਿਲਾਂ ਦੀ ਤੁਲਨਾ ਵਿੱਚ ਫਰਵਰੀ ਮਹੀਨੇ ਅੰਦਰ ਪ੍ਰਤੀ ਘੰਟਾ ਤਨਖਾਹ ਵਿੱਚ ਔਸਤ ਵਾਧਾ 5.4% ਸੀ, ਜੋ ਕਿ ਜਨਵਰੀ ਵਿੱਚ ਮਹਿੰਗਾਈ ਦਰ 5.9% ਰਹੀ। ਬੈਂਕ ਆਫ ਕੈਨੇਡਾ ਦੇਸ਼ ਵਿੱਚ ਮਹਿੰਗਾਈ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ, ਪਰ ਬੈਂਕ ਦਾ ਕਹਿਣਾ ਹੈ ਕਿ ਤਨਖਾਹਾਂ ਵਿੱਚ 4 ਤੋਂ 5% ਦਾ ਵਿਕਾਸ ਮਹਿੰਗਾਈ ਨੂੰ 2% ਦੇ ਆਸ-ਪਾਸ ਰੱਖਣ ਦੇ ਟਾਰਗੇਟ ਵਿੱਚ ਮੁਸ਼ਕਲ ਪੈਦਾ ਕਰੇਗਾ। ਪਰ ਬੈਂਕ ਆਫ ਕੈਨੇਡਾ ਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਲੇਬਰ ਮਾਰਕੀਟ ਤਬਦੀਲੀ ਆਵੇਗੀ, ਕਿਉਂਕਿ ਉੱਚੀਆਂ ਵਿਆਜ ਦਰਾਂ ਲੋਕਾਂ ਅਤੇ ਕਾਰੋਬਾਰਾਂ ਨੂੰ ਕਟੌਤੀ ਕਰਨ ਲਈ ਮਜਬੂਰ ਕਰ ਰਹੀਆਂ ਨੇ। ਬੈਂਕ ਆਫ ਕੈਨੇਡਾ ਨੇ ਆਪਣੇ ਤਾਜ਼ਾ ਐਲਾਨ ਦੇ ਵਿੱਚ ਇਸ ਵਾਰ ਵਿਆਜ ਦਰਾਂ ਨਹੀਂ ਵਧਾਈਆਂ। ਅਲਬਰਟਾ ਸੂਬੇ ਤੋਂ ਬਜਟ ਦੇ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਮੰਤਰੀ ਵੱਲੋਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਦੌਰਾਨ ਅਲਬਰਟਾ ਵੱਲੋਂ ਬਜਟ ਪੇਸ਼ ਕੀਤਾ ਗਿਆ, ਜਿਸ ਵਿੱਚ ਕਈ ਵੱਡੇ ਐਲਾਨ ਕੀਤੇ ਗਏ ਤੇ ਹੁਣ ਉਹਨਾਂ ਵੱਲੋਂ ਖਾਸ ਜਾਣਕਾਰੀ ਦਿੱਤੀ ਗਈ ਹੈ। ਬਜਟ ਇੰਪਲੀਮੈਂਟੇਸ਼ਨ ਬਿੱਲ ਦੇ ਬਾਰੇ ਅਲਬਰਟਾ ਦੇ ਵਿੱਤ ਮੰਤਰੀ ਬੋਲੇ ਨੇ ਤੇ ਉਹਨਾਂ ਵੱਲੋਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਦੱਸ ਦਈਏ ਕਿ ਸੂਬੇ ਵੱਲੋਂ ਹਾਲ ਹੀ ਵਿੱਚ ਬਜਟ ਪੇਸ਼ ਕੀਤਾ ਗਿਆ, ਜਿਸ ਵਿੱਚ ਕਈ ਵੱਡੀਆਂ ਗੱਲਾਂ ਦਾ ਐਲਾਨ ਕੀਤਾ ਗਿਆ ਸੀ। ਹੁਣ ਐਡਮਿੰਟਨ ਦੇ ਵਿੱਚ ਅਲਬਰਟਾ ਦੇ ਮੰਤਰੀ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ ਨੇ। If passed, this bill would implement a number of key policies included in this year's budget. Budget 23 secures Alberta's future by growing the economy, strengthening healthcare, creating more jobs, and focusing on public safety to support Albertans. It comes with a commitment to strengthen Alberta's fiscal stability and ensure the province's long-term financial prosperity. As we know, Alberta's revenue is volatile and impacted by global markets and events beyond our control. This creates unique planning challenges and highlights the need for a framework to help guide our fiscal decision-making. Bill 10 proposes to fill that gap by implementing a new fiscal framework for the province. Alberta's proposed fiscal framework would provide flexibility for revenue swings while adding more rigor around expense decisions which are within government's control. First, the framework would mandate annual balanced budgets with limitations on in-year and year-over-year increases in expense, with the exception for specific circumstances such as an unexpected disaster or decline in revenue. Second, it would set policies for the allocation of surplus cash, with at least half of any surplus going towards debt repayment. Any remaining amount would be allocated to a new Alberta Fund, which would effectively serve as a holding account. Funds held in this account could only be used to fund additional contributions to the Alberta Heritage Savings Trust Fund that could be held for additional debt repayment in the future or one-time spending initiatives. Ultimately, the framework would guide responsible fiscal management while providing the ability to meet Albertans' needs both now and in the future.
It would allow us to continue to deliver the programs and services Albertans rely on while using their hard-earned tax dollars efficiently. We're also streamlining the process to further grow the Alberta Heritage Savings Trust Fund. Currently, legislation requires that all of the Heritage Fund's net income 23 ਮਾਰਚ ਨੂੰ ਰਾਸ਼ਟਰਪਤੀ ਜੋ ਬਾਈਡਨ ਕੈਨੇਡਾ ਦੌਰੇ ਤੇ ਆ ਰਹੇ ਨੇ। ਇਸ ਬਾਰੇ ਕੈਨੇਡਾ ਅਤੇ ਅਮਰੀਕਾ ਦੋਹਾਂ ਪਾਸਿਆਂ ਤੋਂ ਹੀ ਪੁਸ਼ਟੀ ਕਰ ਦਿੱਤੀ ਗਈ ਹੈ। ਕਈ ਮੁੱਦਿਆਂ ਦੇ ਉੱਪਰ ਦੋਹਾਂ ਨੇਤਾਵਾਂ ਜਾਣੀ ਕਿ ਰਾਸ਼ਟਰਪਤੀ ਜੋ ਬਾਈਡਨ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਕਾਰ ਗੱਲਬਾਤ ਹੋਏਗੀ। ਖਾਸ ਤੌਰ ਦੇ ਉੱਪਰ ਬਾਰਡਰ ਦਾ ਜੋ ਮੁੱਦਾ ਹੈ ਉਹ ਚਰਚਾ ਦਾ ਵਿਸ਼ਾ ਬਣਿਆ ਰਹੇਗਾ। ਅਮਰੀਕੀ ਰਾਸ਼ਟਰਪਤੀ ਕੈਨੇਡਾ ਦਾ ਦੌਰਾ ਕਰਨਗੇ। 23 ਮਾਰਚ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਕੈਨੇਡਾ ਆਉਣ ਜਾ ਰਹੇ ਹਨ। ਜੀ ਹਾਂ, ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ 23 ਅਤੇ 24 ਮਾਰਚ ਨੂੰ ਕੈਨੇਡਾ ਫੇਰੀ ਤੇ ਆ ਰਹੇ ਨੇ। ਇਸ ਦੌਰਾਨ ਉਹ ਪਾਰਲੀਮੈਂਟ ਨੂੰ ਵੀ ਸੰਬੋਧਿਤ ਕਰਨਗੇ। ਰਾਸ਼ਟਰਪਤੀ ਬਣਨ ਤੋਂ ਬਾਅਦ ਬਾਈਡਨ ਦਾ ਕੈਨੇਡਾ ਵਿੱਚ ਇਹ ਪਹਿਲਾ ਦੌਰਾ ਹੋਵੇਗਾ। ਪ੍ਰਧਾਨ ਮੰਤਰੀ ਦਫ਼ਤਰ ਨੇ ਨਿਊਜ਼ ਰਿਲੀਜ਼ ਰਾਹੀਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਜਿੱਥੇ ਉਹਨਾਂ ਨੇ ਪੁਸ਼ਟੀ ਕੀਤੀ ਕਿ ਬਾਈਡਨ ਕੈਨੇਡਾ ਦੌਰੇ ਤੇ ਆ ਰਹੇ ਨੇ। ਇਸ ਰਿਲੀਜ਼ ਵਿੱਚ ਟਰੂਡੋ ਨੇ ਕਿਹਾ ਕਿ ਜਿਵੇਂ ਅਸੀਂ ਵੱਧਦੀ ਗਲੋਬਲ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਾਂ, ਅਸੀਂ ਆਪਣੇ ਮਹਾਦੀਪ ਅਤੇ ਆਪਣੀਆਂ ਸਾਂਝੀਆਂ ਖਤਰਾ ਕੀਮਤਾਂ ਦੀ ਰੱਖਿਆ ਕਰਨ, ਦੋਵੇਂ ਦੇਸ਼ਾਂ ਦੇ ਲੋਕ ਅਤੇ ਕਾਰੋਬਾਰਾਂ ਲਈ ਵਧੇਰੇ ਮੌਕੇ ਪੈਦਾ ਕਰਨ ਵਾਸਤੇ ਕੰਮ ਕਰਨਾ ਜਾਰੀ ਰੱਖਾਂਗੇ। ਉਹ ਕਹਿੰਦੇ ਨੇ ਕਿ ਮੈਂ ਕੈਨੇਡਾ ਵਿੱਚ ਰਾਸ਼ਟਰਪਤੀ ਬਾਈਡਨ ਦਾ ਸਵਾਗਤ ਕਰਨ ਲਈ ਉਤਸੁਕ ਹਾਂ। ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਵੱਲੋਂ ਵੀ ਇਸ ਬਾਰੇ ਪੁਸ਼ਟੀ ਕੀਤੀ ਗਈ ਕਿ ਕੈਨੇਡਾ ਦੌਰੇ ਦੌਰਾਨ ਜੋ ਬਾਈਡਨ ਦੀ ਪਤਨੀ ਅਤੇ ਫਰਸਟ ਲੇਡੀ ਜਿਲ ਬਾਈਡਨ ਵੀ ਉਹਨਾਂ ਦੇ ਨਾਲ ਹੋਣਗੇ। ਕੈਰਨ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਲੀਡਰ ਸਾਂਝੀ ਸੁਰੱਖਿਆ, ਕਲਾਈਮੇਟ ਚੇਂਜ, ਸਪਲਾਈ ਚੇਨਾਂ ਦੀ ਮਜ਼ਬੂਤੀ ਅਤੇ ਹੋਰ ਵੀ ਕਈ ਮੁੱਦਿਆਂ ਉੱਪਰ ਗੱਲਬਾਤ ਕਰਨਗੇ। ਦੋਹਾਂ ਹੀ ਦੇਸ਼ਾਂ ਦੇ ਸੋਰਸਸ ਦਾ ਕਹਿਣਾ ਹੈ ਕਿ ਟਰੂਡੋ ਤੇ ਬਾਈਡਨ ਇੱਕ ਦੂਸਰੇ ਨੂੰ ਪਸੰਦ ਕਰਦੇ ਨੇ, ਜਦਕਿ ਅਮਰੀਕਾ ਤੇ ਕੈਨੇਡਾ ਦੇ ਸੰਬੰਧਾਂ ਵਿੱਚ ਇਸ ਸਮੇਂ ਕਈ ਵੱਡੇ ਤਣਾਅ ਮੌਜੂਦ ਨੇ। ਪਰ ਪਿਛਲੇ ਰਾਸ਼ਟਰਪਤੀ ਦੇ ਪ੍ਰਸ਼ਾਸਨ ਵੇਲੇ ਦੇ ਤਣਾਅਗ੍ਰਸਤ ਸੰਬੰਧਾਂ ਦੇ ਮੁਕਾਬਲੇ ਮੌਜੂਦਾ ਹਾਲਾਤ ਫਿਰ ਵੀ ਕਾਫੀ ਸ਼ਾਂਤ ਹਨ। ਡੋਨਲਡ ਟਰੰਪ ਆਪਣੇ ਕਾਰਜਕਾਲ ਵਿੱਚ ਸਿਰਫ ਇੱਕ ਵਾਰੀ ਕੈਨੇਡਾ ਆਏ। ਉਹ ਕਿਊਬੈਕ ਵਿੱਚ ਹੋਏ G7 ਸੰਮੇਲਨ ਵਿੱਚ ਸ਼ਾਮਿਲ ਹੋਏ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਰੂਡੋ ਖਿਲਾਫ ਨਿੱਜੀ ਅਪਮਾਨਜਨਕ ਟਿੱਪਣੀਆਂ ਕੀਤੀਆਂ। ਟਰੂਡੋ ਸਰਕਾਰ ਨੇ ਬਾਈਡਨ ਪ੍ਰਸ਼ਾਸਨ ਨੂੰ ਕੈਨੇਡਾ ਦੌਰੇ ਵਾਸਤੇ ਜ਼ੋਰ ਪਾਇਆ ਸੀ ਤਾਂ ਕਿ ਦੋਵੇਂ ਦੇਸ਼ਾਂ ਦੀ ਆਪਸੀ ਸਾਂਝ ਦਾ ਮੁਜ਼ਾਹਰਾ ਕੀਤਾ ਜਾ ਸਕੇ। ਜਨਵਰੀ ਵਿੱਚ ਮੈਕਸੀਕੋ ਅੰਦਰ ਆਯੋਜਿਤ ਉੱਤਰੀ ਅਮਰੀਕੀ ਦੇਸ਼ਾਂ ਦੇ ਸੰਮੇਲਨ ਦੌਰਾਨ ਵਾਈਟ ਹਾਊਸ ਕੈਨੇਡੀਅਨ ਦੌਰੇ ਲਈ ਸਹਿਮਤ ਹੋਇਆ ਸੀ। ਦੱਸ ਦਈਏ ਕਿ ਹੁਣ तमाम ਮੁੱਦਿਆਂ ਤੋਂ ਇਲਾਵਾ ਕੈਨੇਡਾ ਅਮਰੀਕਾ ਬਾਰਡਰ ਦੇ ਉੱਪਰ ਵੀ ਚਰਚਾ ਹੋਵੇਗੀ। ਕੈਨੇਡਾ ਸੇਫ ਥਰਡ ਕੰਟਰੀ ਐਗਰੀਮੈਂਟ ਵਿੱਚ ਤਬਦੀਲੀਆਂ ਲਿਆਉਣ ਵਾਸਤੇ ਜ਼ੋਰ ਪਾ ਰਿਹਾ ਹੈ, ਪਰ ਅਮਰੀਕਾ ਅਜਿਹਾ ਕਰਨ ਲਈ ਅਜੇ ਗੱਲ ਨਹੀਂ ਕਰ ਰਿਹਾ। ਅਫਗਾਨਿਸਤਾਨ ਦੇ ਵਿੱਚ ਜੋ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹਨਾਂ ਬਾਰੇ ਇੱਕ ਬਿੱਲ ਪੇਸ਼ ਕੀਤਾ ਗਿਆ। ਲਿਬਰਲ ਸਰਕਾਰ ਨੇ ਇਹ ਬਿੱਲ ਲਿਆਂਦਾ ਜਿਸ ਦੇ ਨਾਲ ਦੱਸਿਆ ਗਿਆ ਕਿ ਉਹਨਾਂ ਵੱਲੋਂ ਕੀ ਕਦਮ ਚੁੱਕਿਆ ਜਾ ਰਿਹਾ ਹੈ। ਦੱਸ ਦਈਏ ਕਿ ਅਫਗਾਨਿਸਤਾਨ ਤੋਂ 40,000 ਦੇ ਕਰੀਬ ਰਿਫਿਊਜੀਆਂ ਨੂੰ ਲਿਆ ਕੇ ਕੈਨੇਡਾ ਵਿੱਚ ਪੱਕਾ ਕਰਨ ਦਾ ਟਾਰਗੇਟ ਤੈਅ ਕੀਤਾ ਗਿਆ, ਪਰ ਇਹ ਟਾਰਗੇਟ ਅਜੇ ਪੂਰਾ ਨਹੀਂ ਹੋ ਸਕਿਆ। ਲਿਬਰਲਸ ਵੱਲੋਂ ਅਫਗਾਨਿਸਤਾਨ ਵਿੱਚ ਸਹਾਇਤਾ ਸੰਸਥਾਵਾਂ ਨੂੰ ਕੰਮ ਕਰਨ ਦੀ ਆਗਿਆ ਦੇਣ ਵਾਸਤੇ ਬਿੱਲ ਪੇਸ਼ ਕੀਤਾ ਗਿਆ ਹੈ। ਜੀ ਹਾਂ, ਲਿਬਰਲ ਸਰਕਾਰ ਨੇ ਬਿੱਲ ਪੇਸ਼ ਕੀਤਾ ਜੋ ਕਿ ਕੈਨੇਡਾ ਦੇ ਅੱਤਵਾਦ ਸੰਬੰਧੀ ਵਿੱਤੀ ਕਾਨੂੰਨਾਂ ਵਿੱਚ ਸੋਧ ਕਰੇਗਾ ਤਾਂ ਕਿ ਵਿਦੇਸ਼ੀ ਸਹਾਇਤਾ ਸੰਸਥਾਵਾਂ ਤਾਲਿਬਾਨ ਨਿਯੰਤਰਿਤ ਅਫਗਾਨਿਸਤਾਨ ਅਤੇ ਹੋਰ ਅੱਤਵਾਦ ਪ੍ਰਭਾਵਿਤ ਥਾਵਾਂ ਤੇ ਸਹਾਇਤਾ ਪ੍ਰਦਾਨ ਕਰ ਸਕਣ। ਦਰਅਸਲ ਇਹ ਤਬਦੀਲੀ ਕੈਨੇਡੀਅਨ ਚੈਰਿਟੀਜ਼ ਅਤੇ NGOs ਦੁਆਰਾ ਅਫਗਾਨਿਸਤਾਨ ਵਿੱਚ ਆਪਣਾ ਕੰਮਕਾਜ ਮੁਅੱਤਲ ਕਰਨ ਤੋਂ ਬਾਅਦ ਆਈ, ਕਿਉਂਕਿ ਮੌਜੂਦਾ ਕ੍ਰਿਮੀਨਲ ਕੋਡ ਦੇ ਤਹਿਤ ਸੰਸਥਾਵਾਂ ਨੂੰ ਉੱਤੇ ਆਪਰੇਟ ਕਰਨ ਦੀ ਆਗਿਆ ਨਹੀਂ ਹੈ। ਇਨ੍ਹਾਂ ਸੰਸਥਾਵਾਂ ਨੂੰ ਅਕਸਰ ਦੇਸ਼ ਵਿੱਚ ਕੰਮ ਕਰਨ ਲਈ ਟੈਕਸ ਜਾਂ ਫਿਰ ਫੀਸਾਂ ਦਾ ਭੁਗਤਾਨ ਕਰਨਾ ਪੈਂਦਾ ਹੈ ਤੇ ਇਹ ਫੰਡਿੰਗ ਹੁਣ ਤਾਲਿਬਾਨ ਦੁਆਰਾ ਇਕੱਠੀ ਕੀਤੀ ਜਾਂਦੀ ਹੈ। ਮੌਜੂਦਾ ਕਾਨੂੰਨ ਦੇ ਤਹਿਤ ਇਨ੍ਹਾਂ NGOs ਨੂੰ ਕਿਸੇ ਅੱਤਵਾਦੀ ਸੰਸਥਾਵਾਂ ਦਾ ਸਮਰਥਨ ਕਰਨ ਲਈ ਅਪਰਾਧਿਕ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ, ਜਿਸ ਦਾ ਮਤਲਬ ਹੈ ਕਿ ਚੈਰਿਟੀਜ਼ ਅਤੇ NGOs ਤੇ ਉਹਨਾਂ ਦੇ ਕੰਮ ਦੇ ਲਈ ਮੁਕੱਦਮਾ ਚਲਾਇਆ ਜਾ ਸਕਦਾ ਹੈ। ਚੈਰਿਟੀਜ਼ ਦਾ ਕਹਿਣਾ ਹੈ ਕਿ ਇਸ ਕਾਨੂੰਨ ਕਾਰਨ ਜੀਵਨ ਬਚਾਉਣ ਵਾਲੇ ਸਹਾਇਤਾ ਕਾਰਜ ਪ੍ਰਭਾਵਿਤ ਹੋ ਸਕਦੇ ਨੇ। ਸਰਕਾਰ ਦੇ ਕਾਨੂੰਨ ਬਿੱਲ C-41 ਵਿੱਚ ਪ੍ਰਸਤਾਵਿਤ ਤਬਦੀਲੀਆਂ ਤਹਿਤ ਸਹਾਇਤਾ ਸਮੂਹ ਕਾਨੂੰਨ ਵਿੱਚ ਛੋਟ ਲਈ ਅਰਜ਼ੀ ਦੇ ਸਕਣਗੇ ਤਾਂ ਜੋ ਉਹ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰ ਸਕਣ ਅਤੇ ਕੁਝ ਹੋਰ ਸਹਾਇਤਾ ਕਾਰਜ ਕਰ ਸਕਣ, ਜਿਨ੍ਹਾਂ ਵਿੱਚ ਅਫਗਾਨਿਸਤਾਨ ਸ਼ਰਨਾਰਥੀਆਂ ਨੂੰ ਕੈਨੇਡਾ ਪਹੁੰਚਦੇ ਕਰਨ ਦੀ ਮਦਦ ਵੀ ਸ਼ਾਮਿਲ ਹੈ। ਦੱਸ ਦਈਏ ਕਿ ਕੈਨੇਡਾ ਨੇ 40,000 ਅਫਗਾਨ ਸ਼ਰਨਾਰਥੀਆਂ ਨੂੰ ਕੈਨੇਡਾ ਲੈ ਕੇ ਆਉਣ ਦਾ ਟਾਰਗੇਟ ਤੈਅ ਕੀਤਾ। ਬਹੁਤ ਸਾਰੇ ਸ਼ਰਨਾਰਥੀ ਬਿਨੇਕਾਰਾਂ ਨੂੰ ਸਹਾਇਤਾ ਕਾਮਿਆਂ ਦੀ ਮਦਦ ਤੋਂ ਬਿਨਾਂ ਦੇਸ਼ ਛੱਡਣ ਵਿੱਚ ਮੁਸ਼ਕਿਲ ਆਈ। ਸਹਾਇਤਾ ਕਾਮੇ ਉਹਨਾਂ ਦੀ ਕਾਗਜ਼ੀ ਕਾਰਵਾਈ, ਅਨੁਵਾਦ ਅਤੇ ਸੁਰੱਖਿਆ ਯਾਤਰਾ ਪ੍ਰਬੰਧਾਂ ਵਿੱਚ ਮਦਦ ਕਰ ਸਕਦੇ ਨੇ। ਪਬਲਿਕ ਸੇਫਟੀ ਮਿਨਿਸਟਰ ਵੱਲੋਂ ਇਸ ਬਾਰੇ ਕਿਹਾ ਗਿਆ ਕਿ ਨਿਯਮਾਂ ਵਿੱਚ ਢਿੱਲ ਦੇਣ ਦੇ ਫੈਸਲੇ ਨੂੰ
ਤਾਲਿਬਾਨ ਦੇ ਸਮਰਥਨ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਤੇ ਤਾਲਿਬਾਨ ਕੈਨੇਡੀਅਨ ਕਾਨੂੰਨ ਦੇ ਤਹਿਤ ਇੱਕ ਅੱਤਵਾਦੀ ਸਮੂਹ ਵਜੋਂ ਕੈਟੇਗੋਰਾਈਜ਼ ਕੀਤਾ ਗਿਆ ਹੈ। ਫੈਡਰਲ ਸਰਕਾਰ ਦੇ ਅੰਕੜਿਆਂ ਮੁਤਾਬਕ ਅਫਗਾਨਿਸਤਾਨ ਵਿੱਚ 28.3 ਮਿਲੀਅਨ ਲੋਕਾਂ ਜਾਣੀ ਕਿ 1/3 ਆਬਾਦੀ ਨੂੰ ਮਾਨਵਤਾਵਾਦੀ ਸਹਾਇਤਾ ਦੀ ਜ਼ਰੂਰਤ ਹੈ। ਸਰਕਾਰ ਵੱਲੋਂ ਡਿਪਲੋਮੈਟ ਨੂੰ ਜੋ ਵੀਜ਼ਾ ਨਹੀਂ ਦਿੱਤਾ ਗਿਆ ਉਸ ਬਾਰੇ ਹੁਣ ਮੰਤਰੀ ਜੌਲੀ ਦਾ ਬਿਆਨ ਸਾਹਮਣੇ ਆਇਆ। ਦੱਸ ਦਈਏ ਕਿ ਵਿਦੇਸ਼ ਮੰਤਰੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਮੌਜੂਦਾ ਸਮੇਂ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਤੋਂ ਬਾਅਦ ਅਲੱਗ-ਅਲੱਗ ਮੰਤਰੀ ਇਸ ਬਾਰੇ ਆਪਣਾ ਪੱਖ ਰੱਖ ਰਹੇ ਨੇ। ਕੈਨੇਡਾ ਵੱਲੋਂ ਕਿਸ ਵੱਡੀ ਸ਼ਖਸੀਅਤ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ, ਇਸ ਬਾਰੇ ਹੁਣ ਮੰਤਰੀ ਜੌਲੀ ਬੋਲੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਨੇ ਚੀਨ ਦੇ ਇੱਕ ਰਾਜਨੀਤਿਕ ਆਪਰੇਟਿਵ ਨੂੰ ਡਿਪਲੋਮੈਟਿਕ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਸੀ। ਜੀ ਹਾਂ, ਕੈਨੇਡਾ ਦੀ ਵਿਦੇਸ਼ ਮੰਤਰੀ ਜੌਲੀ ਨੇ ਕਿਹਾ ਕਿ ਪਿਛਲੇ ਫਾਲ ਸੀਜ਼ਨ ਦੌਰਾਨ ਕੈਨੇਡਾ ਨੇ ਚੀਨ ਦੇ ਇੱਕ ਰਾਜਨੀਤਿਕ ਗੁਪਤ ਏਜੰਟ ਨੂੰ ਡਿਪਲੋਮੈਟਿਕ ਵੀਜ਼ਾ ਦੇਣ ਤੋਂ ਇਨਕਾਰ ਕੀਤਾ। ਜੌਲੀ ਨੇ ਇਸ ਬਾਰੇ ਆਟਵਾ ਦੇ ਵਿੱਚ ਗੱਲਬਾਤ ਕੀਤੀ ਹੈ। ਪਾਰਲੀਮੈਂਟ ਦੀ ਪ੍ਰੋਸੀਜਰ ਐਂਡ ਹਾਊਸ ਅਫੇਅਰਸ ਕਮੇਟੀ ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦਾ ਅਧਿਐਨ ਕਰ ਰਹੀ ਹੈ। ਮਿਨਿਸਟਰ ਨੇ ਕਿਹਾ ਕਿ ਜਦੋਂ ਚੀਨ ਨੇ ਪਿਛਲੇ ਫਾਲ ਵਿੱਚ ਇੱਕ ਰਾਜਨੀਤਿਕ ਸਿਆਸੀ ਆਪਰੇਟਿਵ ਨੂੰ ਭੇਜਣਾ ਚਾਹਿਆ ਤਾਂ ਅਸੀਂ ਵੀਜ਼ਾ ਦੇਣ ਤੋਂ ਇਨਕਾਰ ਕਰਨ ਦਾ ਫੈਸਲਾ ਕੀਤਾ, ਜੋ ਕਿ ਸਪਸ਼ਟ ਤੌਰ ਤੇ ਇੱਕ ਸਹੀ ਕਦਮ ਸੀ। ਇੱਕ ਖਬਰ ਦੇ ਵਿੱਚ ਪਤਾ ਚੱਲਿਆ ਕਿ ਚੀਨ ਸਰਕਾਰ ਨੇ ਆਟਵਾ ਵਿੱਚ ਸਥਿਤ ਆਪਣੇ ਦੂਤਾਵਾਸ ਵਿੱਚ ਨਵੇਂ ਅਹੁਦੇ ਲਈ ਵੀਜ਼ਾ ਅਰਜ਼ੀ ਦਿੱਤੀ ਸੀ। ਚੀਨ ਨੇ ਇਸ ਨਵੇਂ ਅਹੁਦੇ ਨੂੰ ਚੀਨੀ ਕਮਿਊਨਿਸਟ ਪਾਰਟੀ ਦਾ ਅੰਤਰਰਾਸ਼ਟਰੀ ਸੰਪਰਕ ਵਿਭਾਗ ਕਿਹਾ। ਸੋਰਸਿਸ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਵਿਦੇਸ਼ ਵਿਭਾਗ ਨੇ ਸਿੱਟਾ ਕੱਢਿਆ ਸੀ ਕਿ ਉਹ ਨਵਾਂ ਅਹੁਦਾ ਇੱਕ ਨਵੀਂ ਡਿਪਲੋਮੈਟਿਕ ਅਹੁਦੇ ਵਜੋਂ ਪਾਰਦਰਸ਼ੀ ਨਹੀਂ ਸੀ ਅਤੇ ਸੰਭਾਵੀ ਤੌਰ ਤੇ ਗੁਪਤ ਸਿਆਸੀ ਗਤੀਵਿਧੀਆਂ ਅਤੇ ਵਿਦੇਸ਼ੀ ਦਖਲ ਦੀ ਨਿਗਰਾਨੀ ਵਾਸਤੇ ਤਿਆਰ ਕੀਤਾ ਗਿਆ ਸੀ। ਜੌਲੀ ਨੇ ਕੰਜ਼ਰਵੇਟਿਵ ਐਮਪੀਜ਼ ਨਾਲ ਇਸ ਗੱਲ ਤੇ ਤਿੱਖੀ ਬਹਿਸ ਕੀਤੀ ਕਿ ਕੈਨੇਡਾ ਨੇ ਕਿਸੇ ਚੀਨੀ ਡਿਪਲੋਮੈਟਿਕ ਨੂੰ ਦੇਸ਼ੋਂ ਬਾਹਰ ਨਹੀਂ ਕੀਤਾ। ਕੰਜ਼ਰਵੇਟਿਵ ਐਮਪੀ ਮਾਈਕਲ ਨੇ ਕਿਹਾ ਕਿ ਇੱਕ ਵੀਜ਼ਾ ਰਿਜੈਕਟ ਕੀਤਾ ਹੈ, ਇੱਕ ਵੀ ਡਿਪਲੋਮੈਟ ਨੂੰ ਬਾਹਰ ਨਹੀਂ ਕੀਤਾ। ਕੂਪਰ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਚੀਨੀ ਦਖਲ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਜੌਲੀ ਨੇ ਤਰਕ ਦਿੱਤਾ ਕਿ ਇੱਕ ਦੇਸ਼ ਵੱਲੋਂ ਦੂਸਰੇ ਦੇਸ਼ ਦੇ ਡਿਪਲੋਮੈਟਿਕ ਨੂੰ ਬਾਹਰ ਕੱਢਣ ਦਾ ਮਤਲਬ ਹੁੰਦਾ ਹੈ ਕਿ ਦੂਸਰੇ ਦੇਸ਼ ਵੀ ਇਸੇ ਤਰ੍ਹਾਂ ਕਰਨਗੇ, ਜਿਸ ਦਾ ਮਤਲਬ ਹੈ ਕਿ ਕੈਨੇਡੀਅਨ ਡਿਪਲੋਮੈਟ ਵੀ ਇਸ ਦੇ ਪ੍ਰਭਾਵ ਹੇਠ ਆਉਣਗੇ। ਉਨ੍ਹਾਂ ਕਿਹਾ ਕਿ ਕਿਸੇ ਇੱਕ ਨੂੰ ਵੀ ਕੱਢਣ ਦਾ ਮਤਲਬ ਹੈ ਕਿ ਚੀਨ ਵਿੱਚ ਵੀ ਸਾਡੇ ਵਾਲਿਆਂ ਨੂੰ ਕੱਢਿਆ ਜਾਵੇਗਾ ਅਤੇ ਇਸ ਸਮੇਂ ਸਾਡੀ ਸਭ ਤੋਂ ਵੱਡੀ ਚੁਣੌਤੀ ਇਹ ਸਮਝਣਾ ਹੈ ਕਿ ਚੀਨ ਕਿਵੇਂ ਆਪਰੇਟ ਕਰਦਾ ਹੈ। ਚਰਚ ਵਿੱਚ ਤਾਬੜਤੋੜ ਗੋਲੀਆਂ ਚੱਲੀਆਂ, 8 ਜਾਣਿਆਂ ਦੀ ਜਾਨ ਚਲੀ ਗਈ ਤੇ ਕਈ ਜਾਣੇ ਜ਼ਖਮੀ ਹੋਏ ਨੇ। ਜੀ ਹਾਂ, ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਿਆ ਗਿਆ ਕਿ ਗੋਲੀਆਂ ਚਲਾਉਣ ਵਾਲਾ ਅਜੇ ਗ੍ਰਿਫਤਾਰ ਨਹੀਂ ਹੋ ਸਕਿਆ, ਪਰ ਮਾਮਲੇ ਦੀ ਜਾਂਚ ਜਾਰੀ ਹੈ। ਚਰਚ ਵਿੱਚ ਤਾਬੜਤੋੜ ਗੋਲੀਆਂ ਚੱਲੀਆਂ ਜਿੱਥੇ 8 ਲੋਕਾਂ ਦੀ ਜਾਨ ਚਲੀ ਗਈ ਤੇ ਕਈ ਜ਼ਖਮੀ ਹੋ ਗਏ। ਇਹ ਮਾਮਲਾ ਜਰਮਨੀ ਦੇ ਨਾਲ ਜੁੜਿਆ ਹੋਇਆ, ਜਿਸ ਦੀ ਅਧਿਕਾਰੀਆਂ ਵੱਲੋਂ ਅਪਡੇਟ ਜਾਰੀ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਟਨੈਸ ਕਿੰਗਡਮ ਹਾਲ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿਸ ਦੌਰਾਨ 8 ਲੋਕਾਂ ਦੀ ਜਾਨ ਚਲੀ ਗਈ। ਇਸ ਬਾਰੇ ਸਥਾਨਕ ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਸਾਹਮਣੇ ਆਈ ਹੈ। ਯਹੋਵਾ ਵਿਟਨੈਸ ਇੱਕ ਅੰਤਰਰਾਸ਼ਟਰੀ ਚਰਚ ਦਾ ਹਿੱਸਾ ਹੈ ਜਿੱਥੋਂ ਇਹ ਘਟਨਾ ਸਾਹਮਣੇ ਆਈ। ਦੱਸ ਦਈਏ ਕਿ ਅਮਰੀਕਾ ਵਿੱਚ 19ਵੀਂ ਸਦੀ ਅੰਦਰ ਇਸ ਦੀ ਸਥਾਪਨਾ ਕੀਤੀ ਗਈ ਸੀ ਤੇ ਇਸ ਦਾ ਮੁੱਖ ਦਫ਼ਤਰ ਨਿਊਯਾਰਕ ਦੇ ਵਾਰਵਿਕ ਵਿੱਚ ਹੈ। ਕੁਝ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਮਾਮਲਾ 9 ਵਜੇ ਦੇ ਕਰੀਬ ਸਾਹਮਣੇ ਆਇਆ, ਜਿੱਥੇ ਅਚਾਨਕ ਤਾਬੜਤੋੜ ਗੋਲੀਆਂ ਚੱਲ ਗਈਆਂ। ਗੋਲੀਬਾਰੀ ਦੇ ਇਸ ਮਾਮਲੇ ਦੇ ਵਿੱਚ ਕਈ ਜ਼ਖਮੀ ਦੱਸੇ ਜਾ ਰਹੇ ਨੇ। ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਪੁਲਿਸ ਅਤੇ ਬਚਾਅ ਕਰਮਚਾਰੀ ਮੌਕੇ ਤੇ ਪਹੁੰਚੇ। ਫਿਲਹਾਲ ਸ਼ੂਟਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਉਹ ਫਰਾਰ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲਾਂ ਲੱਗਦਾ ਸੀ ਕਿ ਇਸ ਗੋਲੀਬਾਰੀ ਦੇ ਮਾਮਲੇ ਨਾਲ ਕੋਈ ਇੱਕ ਸ਼ੂਟਰ ਜੁੜਿਆ ਹੋਇਆ ਹੈ, ਪਰ ਉਹਨਾਂ ਵੱਲੋਂ ਅਜੇ ਇਸ ਬਾਰੇ ਕੋਈ ਵੀ ਸਪਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਫਿਲਹਾਲ ਪੀੜਤਾਂ ਦੇ ਬਾਰੇ ਵੀ ਕੋਈ ਬਹੁਤੀ ਅਪਡੇਟ ਜਾਰੀ ਨਹੀਂ ਕੀਤੀ ਗਈ। ਇਨਵੈਸਟੀਗੇਸ਼ਨ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਦਿੱਤੀ ਜਾਵੇਗੀ। ਖਾਸ ਮੁੱਦੇ ਦੇ ਉੱਪਰ ਯੂਐਨ ਮਾਹਰ ਬੋਲੇ ਨੇ ਤੇ ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਨਿਊਜ਼ ਕਾਨਫਰੰਸ ਦੇ ਦੌਰਾਨ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ, ਤੁਹਾਨੂੰ ਦੱਸਾਂਗੇ ਇਸ ਖਬਰ ਰਾਹੀਂ। ਇੰਡੀਜੀਅਸ ਰਾਈਟਸ ਦੇ ਮੁੱਦੇ ਦੇ ਉੱਪਰ ਯੂਐਨ ਐਕਸਪਰਟ ਬੋਲੇ ਨੇ ਤੇ ਉਹਨਾਂ ਵੱਲੋਂ ਨਿਊਜ਼ ਕਾਨਫਰੰਸ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਗਏ। ਯੂਐਨ ਐਕਸਪਰਟ ਆਟਵਾ ਵਿੱਚ ਸਨ, ਜਿੱਥੇ ਉਹਨਾਂ ਨੇ ਪੱਤਰਕਾਰਾਂ ਦੇ ਕਈ ਸਵਾਲਾਂ ਦਾ ਜਵਾਬ ਦਿੱਤਾ। ਕੀ ਕਹਿਣਾ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Unfortunately, due to the limited time we have, my preliminary observation will not reflect the full range of issues brought to my attention, nor all the initiative of federal and provincial government related to rights of indigenous peoples. Let me start by thanking the Government of Canada for its cooperation with my mandate by inviting me to visit, for the welcome extended by its representatives, and for its openness and cooperation before and during the visit.
I also offer my deep gratitude to indigenous peoples who welcomed me to their territories, especially those who traveled to share their stories and concern with me. I am inspired by their strength and determination to continue defending their rights and seeking justice. I would also like to thank the government of Quebec, Manitoba, and British Columbia for the cooperation extended to my mandate. I regret that the government of Alberta declined my invitation to meet, especially considering the concerning situation of Indigenous people in the province. I acknowledge the progress made by Canada towards the promotion and protection of the rights of Indigenous peoples since the visit of my predecessor in 2003 and 2013, and the many efforts by Canada to implement the recommendations. During my visit, I was informed of both good practices and possible obstacles to the promotion and protection of the rights of Indigenous peoples. I commend the Canadian government on a number of positive measures, including the passage of Bill C-15, the United Nations Declaration on the Rights of Indigenous Peoples Act, and similar law enacted by provinces of British Columbia. I encourage all provinces and territories to make similar commitments and urge all levels of government to implement this law in accordance with international human rights standards. ਇੰਟੀਮੇਟ ਪਾਰਟਨਰ ਅਤੇ ਫੈਮਿਲੀ ਵਾਇਲੈਂਸ ਨੂੰ ਲੈ ਕੇ ਸੈਨੇਟਰ ਵੱਲੋਂ ਚਰਚਾ ਕੀਤੀ ਗਈ ਹੈ। ਇਹ ਬਿੱਲ ਹੈ ਜਿਸ ਸੰਬੰਧੀ ਉਹਨਾਂ ਵੱਲੋਂ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਨਿਊਜ਼ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਕੀ ਕਹਿਣਾ ਹੈ ਉਹਨਾਂ ਦਾ ਇਸ ਸਭ ਬਾਰੇ, ਕੀ ਹੈ ਪੂਰਾ ਇਸ ਬਿੱਲ ਦੇ ਵਿੱਚ ਖਾਸ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। Fighting for victims and women for many years now, and I commend him on his dedication in that regard. We are seeing violence against women going in the wrong direction in Canada. It is not decreasing. We are gratefully joined by some courageous women today, and I know that this bill will impact the lives of many women in the future and their children. And so, just to be clear, this bill will deem it a first-degree murder if someone murders their intimate partner or the children of their intimate partner. And of course, we know domestic violence is more often than not directed from a man to a woman. And so this is primarily something that will protect women from domestic violence and their children. There have been very tragic and devastating cases in Canada where women have been murdered by their intimate partners and received very soft sentences. We will hear more about that shortly. And I do believe that this bill will ensure that justice is served to the people in this country who murder their wives and the children of their wives or their intimate partners. And just to reiterate, the bill will amend Section 231 of the Criminal Code so that the murder committed against an intimate partner, his or her children, or the child of the intimate partner will now be classified as a first-degree murder. So it's a very serious development in our justice system and one that is long overdue. It has been done in France, also the state of Minnesota in the United States, as well as North Carolina. So Canada certainly would be a leader in this regard, but also following the good work of a number of other jurisdictions. And just to conclude, the purpose of this bill, to be clear, is twofold. It will severely punish the perpetrators who commit homicide against their intimate partners and their children. And it will act as a deterrent to potential murderers as well. The Conservative Party stands firm with victims, and we have always taken a tough on crime approach. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਹੁਣ ਵਿਜ਼ਿਟਰ ਵੀਜ਼ਾ ਵਾਲੇ ਕਿਵੇਂ ਲੈਣ ਵਰਕ ਪਰਮਿਟ, IRCC ਨੇ ਦੱਸੀਆਂ ਇਸ ਦੀਆਂ ਸ਼ਰਤਾਂ। ਜਗਮੀਤ ਸਿੰਘ ਦੀ ਦਸਤਾਰ ਤੇ ਗਲਤ ਟਿੱਪਣੀ ਕਰਨ ਵਾਲੇ ਨੂੰ ਮਿਲੇ ਠੋਕਵੇਂ ਜਵਾਬ। ਇਮੀਗ੍ਰੇਸ਼ਨ ਮੰਤਰੀ ਦਾ ਤਾਜ਼ਾ ਐਲਾਨ, ਬਾਰਡਰ ਟੱਪ ਕੇ ਆਉਣ ਵਾਲਿਆਂ ਦਾ ਮੁੱਦਾ। ਨੌਕਰੀਆਂ ਦੀ ਖਬਰ ਨੇ ਲੋਕ ਕੀਤੇ ਖੁਸ਼, 22,000 ਨਵੇਂ ਲੋਕਾਂ ਨੂੰ ਮਿਲੀਆਂ ਨੌਕਰੀਆਂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਦਰਵੀਰ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।